अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਪਾਕਿਸਤਾਨ। ਤੇ ਕਿਸਾਨ ਦੋਸਤੋ, ਬੈਕ ਸਾਈਡ ਤੇ ਜਨਾਬ ਆਲੂ ਦੀ ਫਸਲ ਤੇ ਫਸਲ ਹੈ ਜਨਾਬ ਮੇਰੇ ਕਜ਼ਨ ਬਾਬਰ ਇਕਬਾਲ ਭੱਟੂ ਸਾਹਿਬ ਦੀ। ਤੇ ਉਹਦਾ ਮੁਲਾਜ਼ਮ ਜਨਾਬ ਆ ਗਿਆ ਟੈਂਕੀ ਸਪਰੇ ਵਾਲੀ ਲੈ ਕੇ। ਉਹਦੇ ਕੋਲ ਪੁੱਛਨੇ ਵੀ ਕਿਹੜਾ ਸਪਰੇ ਕਰੂਗਾ, ਕਿੰਨੀਆਂ ਕਿੰਨੀਆਂ ਟੈਂਕੀਆਂ ਲਾਊ ਹੈ। ਤੇ ਮੌਸਮ ਜਿਹੜਾ ਹੈ ਉਹ ਦਿਨ ਗਰਮੀ ਪੈਂਦੀ ਹੈ ਜਨਾਬ, ਧੁੱਪ ਹੁੰਦੀ ਹੈ ਤੇ ਨਾਲ ਹੀ ਜਿਹੜਾ ਹਵਾਵਾਂ ਚੱਲ ਪਈਆਂ ਨੇ ਤੇ ਸ਼ਾਮ ਤੋਂ ਬਾਅਦ ਰਾਤੀ ਕੋਹਰਾ ਪੈਂਦਾ ਹੈ। ਤੇ ਜਿਹੜਾ ਕੋਹਰਾ ਹੈ ਉਹ ਜਨਾਬ ਬਲੱਡ ਪ੍ਰੈਸ਼ਰ ਕਰਦਾ ਲੋ ਆਲੂ ਦਾ। ਤੇ ਜਦੋਂ ਆਲੂ ਦਾ ਬਲੱਡ ਪ੍ਰੈਸ਼ਰ ਲੋ ਹੁੰਦਾ ਹੈ ਤੇ ਫਿਰ ਜ਼ਮੀਂਦਾਰਾਂ ਦਾ ਵੀ ਖਾਮਖਾ ਸੁਬਾਹ ਲੋ ਹੋਇਆ ਪਿਆ ਹੁੰਦਾ ਹੈ। ਤੇ ਆਓ ਜਨਾਬ ਅਵੈਸ ਬਾਈ ਤੋਂ ਪੁੱਛਨੇ ਵੀ ਕਿੰਨੀਆਂ ਟੈਂਕੀਆਂ ਲਾਉਂਦਾ ਪਿਆ ਤੇ ਕਿਹੜੀ ਕਿਹੜੀ ਸ਼ੈ ਇਸਤੇਮਾਲ ਕਰਦਾ ਪਿਆ ਤਾਂ ਕਿ ਜਿੰਨੇ ਵੀ ਸਾਡੇ ਕਿਸਾਨ ਵੀਰ ਭਰਾ ਜਿਨ੍ਹਾਂ ਨੇ ਆਲੂ ਲਾਏ ਹੋਏ ਨੇ ਉਹ ਜਨਾਬ ਖਾਸ ਕਰਕੇ ਜਿਹੜੇ ਤਜਰਬੇਕਾਰ ਨੇ ਉਹ ਕਮੈਂਟ ਕਰਕੇ ਸਾਡੀ ਰਹਿਨਮਾਈ ਕਰਨ ਤਾਂ ਕਿ ਅਸੀਂ ਆਪਣੇ ਆਲੂਆਂ ਨੂੰ ਬਚਾ ਲਈਏ ਤੇ ਆਲੂ ਸਾਡੇ ਚੰਗੇ ਹੋ ਜਾਣ ਤੇ ਸਾਡਾ ਵੀ ਜਿਹੜਾ ਨਾ ਬਲੱਡ ਪ੍ਰੈਸ਼ਰ ਉਹ ਠੀਕ ਹੋਵੇ ਤੇ ਸਾਡੇ ਆਲੂਆਂ ਦਾ ਵੀ ਬਲੱਡ ਪ੍ਰੈਸ਼ਰ ਠੀਕ ਹੋਵੇ। ਆਓ ਚਲੀਏ ਜਨਾਬ ਅਵੈਸ ਬਾਈ ਵੱਲ। ਤੇ ਆ ਚੈੱਕ ਕਰੋ ਜੀ ਅਵੈਸ ਭਾਈ ਜਨਾਬ। ਅੱਛਾ ਅਵੈਸ ਭਾਈ ਇਹ ਕੀ ਚੀਜ਼ ਲਿਆਂਦੀ ਬੈਠੀ ਹੋ? ਸਪਰੇ ਕਿਸ ਚੀਜ਼ ਦਾ ਹੈ ਤਾਂ ਆਲੂਆਂ ਦਾ, ਪਰ ਹੈ ਕਿ ਇਹਨੂੰ ਵੇਖ ਲੈਨੇ ਜੀ ਦੋਸਤੋ ਵੀ ਇਹਨੂੰ ਵੀ ਸੁਰ ਕੋ ਨਹੀਂ ਹੈਗੀ ਜੇ। ਇਹ ਜਨਾਬ ਸਾਈਮਿਕ ਲਿਖਿਆ ਹੋਇਆ ਹੈ, ਇਹਦੇ ਉੱਪਰ ਜਨਾਬ ਆਲੂ ਲਿਖਿਆ ਹੋਇਆ ਹੈ। ਅੱਛਾ ਪਚੇਤਾ ਜੁਲਸਾਓ ਤੇ ਠੀਕ ਹੋ ਗਿਆ ਜੀ। ਇਹ ਜੁਲਸਾਓ ਦਾ ਹੈਗਾ ਦੋਸਤੋ ਸਪਰੇ। ਤੇ 2 ਪੈਕਟ 3 ਪੈਕਟ ਬਲਕਿ 4 ਪੈਕਟ ਲਿਆਂਦੀ ਖੜਾ ਹੈ। ਤੇ ਮੇਰੇ ਕਜ਼ਨ ਦੇ 4 ਕਿੱਲੇ ਹੈਗੇ ਨੇ 4 ਕਿੱਲਿਆਂ ਦਾ। ਤੇ ਇਹ ਕੀ ਚੀਜ਼ ਹੈ ਜੀ? ਇਹ ਪੋਟਾਸ਼ ਹੈਗੀ ਜੀ ਦੋਸਤੋ, ਗੋਲਡਨ ਪੋਟਾਸ਼। ਤੇ ਇਹ ਹੁਣ ਕਿੰਨੀ ਪੋਟਾਸ਼ ਪਾਉਂਦੇ ਪਏ ਹੋ? 7 ਕਿਲੋ। 8 ਕਿਲੋ ਪਾਉਂਦੇ ਪਏ ਹੋ? ਨਹੀਂ 7 ਕਿਲੋ। 7 ਕਿਲੋ। ਇਹ ਸਪਰੇ ਗੁਲਾ ਪਿਆ ਹੈ। ਅੱਛਾ ਠੀਕ ਹੋ ਗਿਆ ਜੀ। ਤੇ ਇਹ ਹੁਣ ਮੈਨੂੰ ਦੱਸੋ ਇਹ ਜਿਹੜੀ ਪੋਟਾਸ਼ ਹੈ 2 ਕਿੱਲਿਆਂ ਦੀ ਇਕੱਠੀ ਪਾ ਦਿੱਤੀ ਹੈ? ਨਹੀਂ ਕਿੱਲੇ ਦੀ ਪਾਈ ਹੈ। ਇੱਕ ਡਰਮ ਜਿਹੜਾ ਕਿੱਲੇ 'ਚ ਹਾਂ। ਤੇ ਸਪਰੇ ਦੀਆਂ ਟੈਂਕੀਆਂ ਕਿੰਨੀਆਂ ਕਰਨੀਆਂ ਨੇ? 4 ਕਿਲੋ। 4 ਕਿੱਲੇ ਨੂੰ ਮਤਲਬ 2 ਦਿਵਾੜੇ ਨੂੰ। ਹਾਂ ਇਹ ਕਿੱਲੇ ਨੂੰ 4 ਟੈਂਕੀਆਂ ਲਾਣੀਆਂ ਨੇ। ਤੇ ਬਸ ਜਿਹੜੇ ਹੈਗੇ ਦੋਸਤੋ 6 ਲਾਉਂਦੇ ਨੇ ਤੇ ਤੂੰ ਥੋੜੀਆਂ ਕਿਉਂ ਲਾਉਂਦਾ ਪਿਆ? ਚੋ ਨਾਲ ਸਪਰੇ ਸਹੀ ਹੁੰਦਾ ਕਿ ਤੇਰੇ ਨਾਲ ਕੋਈ ਟਾਈਮ ਕੋ ਨਹੀਂ ਹੈਗਾ? ਟਾਈਮ ਨਹੀਂ, ਅਸੀਂ ਲਾਉਂਦੇ 4 ਤੇ 4 ਤੇ ਥੋੜੀਆਂ ਨੇ, 4 ਨਾਲ ਤੇ ਮੇਰਾ ਖਿਆਲ ਹੈ ਵੀ ਉਹ ਸਹੀ ਨਾਪਦੇ ਹੀ ਨਹੀਂ ਹੈਗੇ। ਇਹ ਭਾਵੇਂ 2 ਕਿੱਲੇ ਦੇ 2 ਕਨਾਲੀ ਤੇ ਫਵਾਰਾ ਜਾਂਦਾ ਇੱਕ ਸਾਈਡ ਤੇ ਰੱਖ ਕੇ ਕਰੀਏ। ਚਲੋ ਮੈਂ ਆਪਣੇ ਦੋਸਤਾਂ ਨੂੰ ਵਿਖਾਣਾ, ਲੇਕਿਨ ਜ਼ਿਆਦਾਤਰ ਜਿਹੜੇ ਦੋਸਤ ਹੈਗੇ ਨੇ ਉਹ ਕਹਿੰਦੇ ਨੇ ਵੀ 6 ਟੈਂਕੀਆਂ ਕਰੋ ਤੇ ਸਕੂਨ ਨਾਲ ਚੱਲੋ ਤਾਂ ਕਿ ਨਾਪਦੇ ਜਾਵਣ। ਤੇ ਤੇਰੇ ਹਾਰ ਕੋਈ ਨਹੀਂ ਹੈਗੇ ਵੀ ਨਵਾਉਣ ਵਾਲੇ। ਤੇ ਇਹ ਜੀ ਹੈਂਡਲ ਉੱਪਰ ਲੱਗਿਆ ਹੋਇਆ ਡਰਮ ਦੇ ਥੱਲੇ ਜਨਾਬ ਉਹਨਾਂ ਇੱਕ ਪੱਖਾ ਲਾਇਆ ਹੋਇਆ ਇੱਕ ਤਰ੍ਹਾਂ ਦਾ। ਤੇ ਜਦੋਂ ਇਹਨੂੰ ਘੁਮਾਉਂਦੇ ਨੇ ਖਾਦ ਪਾਓ ਜਾਂ ਤੁਸੀਂ ਸਪਰੇ ਪਾਓ ਕੋਈ ਸ਼ੈ ਵੀ ਪਾਓਗੇ ਪੋਟਾਸ਼ ਪਾਓ ਤਾਂ ਫੌਰੀ ਜਨਾਬ ਉਸ ਦਾ ਹੱਲ ਹੋ ਜਾਏ ਸੀ। ਇਹ ਹੁਣ ਜਿੰਨੀ ਟੂਟੀ ਛੱਡ ਦਿੱਤੀ ਹੈ ਇਹ 2 ਕਿੱਲਿਆਂ 'ਚ ਪੂਰੀ ਕਿੱਲੇ 'ਚ ਪੂਰੀ ਆ ਸੀ। ਲਓ ਜੀ ਟੂਟੀ ਦਾ ਵੀ ਅੰਦਾਜ਼ਾ ਲਾ ਲਓ। ਤੇ ਟੈਂਕੀ ਇਸ ਨੇ ਭਰ ਦਿੱਤੀ ਹੈ ਜਨਾਬ ਸਪਰੇ ਵਾਲੀ। ਤੇ ਹੁਣ ਅਵੈਸ ਭਾਈ ਕਰਦੇ ਨੇ, ਠੰਡੀ ਹੋਈ ਪਈ ਹੈ, ਕੋਰਾ ਪੈਂਦਾ ਪਿਆ ਹੈ। ਤੇ ਜਿਵੇਂ ਆਲੂ ਦੀ ਫਸਲ ਠੰਡੀ ਹੋ ਗਈ ਐਵੇਂ ਟੈਂਕੀ ਵੀ ਠੰਡੀ ਹੋਈ ਪਈ ਹੈ। ਲਓ ਜੀ ਬੇਲਾਖਰ ਜੀ ਹੋ ਗਈ ਹੈ ਸਟਾਰਟ। ਤੇ ਮੈਂ ਆਪਣੇ ਵੀਰ ਭਰਾਵਾਂ ਨੂੰ ਦੱਸਦਾ ਚੱਲਾਂ ਇਹ ਦੂਜੀ ਵਾਰੀ ਪੋਟਾਸ਼ ਪਾਉਂਦਾ ਪਿਆ ਬਾਬਰ ਖਾਂ 8 ਕਿਲੋ ਦੇ ਹਿਸਾਬ ਨਾਲ। ਤੇ ਜਿੰਨੇ ਵੀ ਸਾਡੇ ਐਕਸਪਰਟ ਵੀਰ ਭਰਾ ਹੈਗੇ ਨੇ ਆਲੂ ਦੀ ਫਸਲ ਲਗਾਉਂਦੇ ਨੇ ਜਿਹੜੇ ਕਾਫੀ ਅਰਸੇ ਤੋਂ, ਤੇ ਉਹਨਾਂ ਦੀ 100+ ਐਵਰੇਜ ਆਉਂਦੀ ਹੈ, ਉਹ ਲਾਜ਼ਮੀ ਜਨਾਬ ਸਾਡੀ ਰਹਿਨੁਮਾਈ ਕਰਨ ਕਿਉਂਕਿ ਅਸੀਂ ਨਵੇਂ ਕਿਸਾਨ ਇਸ ਮਾਮਲੇ 'ਚ ਆਲੂ ਦੀ ਫਸਲ ਵਿੱਚ। ਤੇ ਮੈਂ ਤਾਂ ਜਨਾਬ ਪਹਿਲੇ ਆਪਣੀ ਕਾਫੀ ਵੀਡੀਓ ਦੇ ਵਿੱਚ ਨਾ ਜਦੋਂ ਵੀ ਆਲੂ ਦੀ ਵੀਡੀਓ ਮੈਂ ਬਣਾਉਂਦਾ ਸੀ ਜਦੋਂ ਕੋਰੇ ਪੈਂਦੇ ਸਨ ਜਾਂ ਰੇਟ ਡਾਊਨ ਹੋ ਜਾਂਦਾ ਸੀ ਤਾਂ ਮੈਂ ਲੋਕਾਂ ਨੂੰ ਆਖਦਾ ਸੀ ਭਰਾਓ ਇਹ ਫਸਲ ਜਿਹੜੀ ਹੈ ਨਾ ਇਸ ਪਾਸੇ ਨਾ ਆਓ ਕਿਉਂਕਿ ਜਨਾਬ ਚੰਗੇ ਭਲੇ ਬੰਦੇ ਨੂੰ ਬਲੱਡ ਪ੍ਰੈਸ਼ਰ ਦਾ ਮਰੀਜ਼ ਬਣਾ ਦਿੰਦੀ। ਹੁਣ ਤਾਂ ਵੈਸੇ ਵੀ ਅਗਰ ਆਲੂ ਨਹੀਂ ਵੀ ਹੈਗੇ ਤਾਂ ਬੰਦੇ ਹਰ ਚੌਥਾ ਬੰਦਾ ਜਿਹੜਾ ਹੈ ਨਾ ਉਹਦਾ ਬਲੱਡ ਵੱਧਦਾ ਖੜਾ ਹੁੰਦਾ ਜਾਂ ਘਟਿਆ ਖੜਾ ਹੁੰਦਾ ਹੈ ਜਾਂ ਦੂਸਰਾ ਬੰਦਾ। ਤੇ ਬਾਕੀ ਜਿਹੜਾ ਨਾ ਦਿਲ ਤਗੜਾ ਕਰਕੇ ਆਲੂ ਲਾਇਆ ਕਰੋ। ਜਿਵੇਂ ਹੁਣ ਕੋਰਾ ਪੈਂਦਾ ਪਿਆ ਜਾਂ ਇਸ ਵਾਰੀ ਸਮੋਗ ਪਈ ਹੈ ਤੇ ਆਲੂਆਂ ਦਾ ਜਿਹੜਾ ਸਾਈਜ਼ ਹੈ ਜਿਨ੍ਹਾਂ ਅਗੇਤਰ ਲਾਏ ਹੋਏ ਸਨ ਉਹਦਾ ਇੰਨਾ ਮਤਲਬ ਇਹਨਾਂ ਪੈਦਾਵਾਰ ਅੱਛੀ ਨਹੀਂ ਨਿਕਲਦੀ ਵੀ 15-20 ਤੋੜੇ 15-20 ਕੋਈ ਬੋਰੀਆਂ ਕੱਢਦਾ ਪਿਆ, ਕੋਈ 30 ਬੋਰੀਆਂ ਕੱਢਦਾ ਪਿਆ। ਤੇ ਕੋਈ ਹੁਣ ਰੁਕ ਗਏ ਨੇ ਉਹ ਕਹਿੰਦੇ ਬਈ ਅਸੀਂ ਹੁਣ ਪਕਾ ਕੇ ਨਾ ਫਿਰ ਇਨਸ਼ਾਅੱਲਾ ਦਿਲ ਕਰਾਂਗੇ। ਲਓ ਜੀ ਟੈਂਕੀ ਦਾ ਢੱਕਣ ਸਹੀ ਨਹੀਂ ਲਾਇਆ ਸੀ ਤੇ ਝਟਕਾ ਪੈ ਗਿਆ ਸੋ। ਤੇ ਐ ਹੁਣ ਚੈੱਕ ਕਰੋ ਸਪਰੇਅ ਦਾ
ਇਹ ਰਸਤੇ ਵਿੱਚ ਬਣਾਏ ਹੋਏ ਨੇ ਉਹਨੇ, ਲੇਕਿਨ ਟੁਰਿਆ ਖੇੜੀ ਦੇ ਉੱਤੇ ਜਾਂਦਾ ਹੈ। ਇਹਨੂੰ ਰਾਹ ਦੇ ਵਿੱਚ ਚੱਲਣਾ ਚਾਹੀਦਾ। ਮੇਰੇ ਖਿਆਲ ਇਹਦੇ ਕੋਲ ਨਾ ਵਿੱਚ ਚੱਲਿਆ ਨਹੀਂ ਜਾਂਦਾ। ਹਾਂ ਹੁਣ ਹੋ ਗਿਆ ਵਿੱਚ ਖੇਲੀ ਦੇ। ਵੈਸੇ ਤਾਂ ਮੈਂ ਆਪਣੇ ਵੀਰ ਭਰਾ ਨੂੰ ਦੱਸਦਾ ਚੱਲਾਂ ਵੀ ਪਾਕਿਸਤਾਨ ਦੇ ਵਿੱਚ ਸਟਾਕ ਐਕਸਚੇਂਜ ਜਿਹੜੀ ਹੈ ਉਹ ਅਸਮਾਨ ਤੇ ਬੜੀ ਪਈ ਹੈ, ਤੇ ਮਹਿੰਗਾਈ ਜਿਹੜੀ ਹੈ ਉਹ ਉਦੋਂ ਵਧੀ ਪਈ ਹੈ। ਤੇ ਜਦੋਂ ਖਬਰਾਂ ਵਾਲੇ ਬਾਰ-ਬਾਰ ਦੱਸਦੇ ਨੇ ਵੀ ਸਟਾਕ ਐਕਸਚੇਂਜ ਇੰਝ ਹੋ ਗਿਆ, ਸਟਾਕ ਐਕਸਚੇਂਜ ਉੱਤੇ ਚਲੀ ਗਈ, ਪਤਾ ਨਹੀਂ ਉਹ ਕਿਹੜੇ ਪਾਸੇ ਉੱਤੇ ਲਿਜਾ ਰਹੇ ਨੇ। ਮਹਿੰਗਾਈ ਜਿਹੜੀ ਹੈ ਘਟਣ ਵਾਲੇ ਪਾਸੇ ਨਹੀਂ ਆਉਂਦੀ ਵੀ। ਟਰੈਕਟਰ ਇਸ ਵਾਰੀ ਫਿਰ ਵੱਧ ਗਏ ਨੇ। ਮਿਲਤ ਕੰਪਨੀ ਨੇ ਐਲਾਨ ਕਰ ਦਿੱਤਾ 1,00,000-2 ਲੱਖ ਟਰੈਕਟਰ ਉਹਨਾਂ ਵਧਾ ਦਿੱਤਾ ਹੈ। ਇਸੇ ਤਰੀਕੇ ਅਲਗਾਜ਼ੀ ਕੰਪਨੀ ਵੀ ਟਰੈਕਟਰ ਵਧਾ ਦਿੱਤੇ ਨੇ। ਅਖੀਰ ਹੋ ਗਈ ਭਾਈ, ਲੇਕਿਨ ਸਮਝ ਨਹੀਂ ਆਉਂਦੀ ਉਹ ਸਟਾਕ ਐਕਸਚੇਂਜ ਨੂੰ ਖਬਰਾਂ ਵਾਲੇ ਕਿਹੜੇ ਪਾਸੇ ਲਿਜਾਓ ਉਹਨੂੰ। ਤੇ ਨਾ ਚੀਨੀ ਦਾ ਰੇਟ ਘੱਟ ਹੋਇਆ ਹੈ, ਨਾ ਜਨਾਬ ਘੀ ਦਾ ਰੇਟ ਘੱਟ ਹੋਇਆ ਹੈ, ਨਾ ਜਨਾਬ ਕਿਸੇ ਫਸਲ ਦਾ ਰੇਟ ਵਧਿਆ ਹੈ, ਨਾ ਮਕਈ ਵਧੀ ਹੈ, ਨਾ ਮੂੰਜੀ ਵਧੀ ਹੈ, ਨਾ ਕਣਕ ਵਧੀ ਹੈ। ਤੇ ਕਿਸਾਨਾਂ ਕੋਲ ਜਦੋਂ ਇਹ ਚੀਜ਼ਾਂ ਚਲੀਆਂ ਜਾਂਦੀਆਂ ਨੇ ਫਿਰ ਉਹਨਾਂ ਦੇ ਰੇਟ ਵੀ ਜਿਸ ਤਰੀਕੇ ਸਟਾਕ ਐਕਸਚੇਂਜ ਵੱਧਦੀ ਹੈ ਉੱਤੇ ਜਾਂਦੀ, ਉਸੇ ਤਰੀਕੇ ਉਹਦਾ ਰੇਟ ਵੀ ਉੱਤੇ ਚਲਾ ਜਾਂਦਾ ਹੈ। ਤੇ ਕਾਫੀ ਲੋਕਾਂ ਨੂੰ ਹੁਣ ਜਨਾਬ ਆਲੂ ਦੀ ਫਸਲ ਤੇ ਉਮੀਦਾਂ ਹੈਗੀਆਂ ਨੇ। ਜਿੰਨੇ ਵੀ ਸਾਡੇ ਵੀਰ ਭਰਾ ਆਲੂ ਜਿੱਦਾਂ ਲਾਏ ਹੋਏ ਨੇ ਉਹ ਕਹਿੰਦੇ ਨੇ ਵੀ ਹੁਣ ਆਲੂ ਤੇ ਉਮੀਦ ਹੈਗੀ ਹੈ, ਕਿਉਂਕਿ ਕਣਕ ਦਾ ਮਕਈ 'ਚ ਘਾਟਾ ਪਿਆ, ਮੂੰਜੀ 'ਚ ਕੋਈ ਬਰੂ ਬਣ ਗਏ, ਤੇ ਨਾਲ ਜਿਹੜਾ ਹੈ ਮਾਰਕੀਟ ਵੀ ਕ੍ਰੈਸ਼ ਹੋ ਗਈ। ਹਾਈਬ੍ਰਿਡ ਜਿਹੜੇ ਪਿਛਲੇ ਸਾਲ ਵਿਕੇ ਨੇ 4,000-3,800 ਦੇ, ਇਸ ਵਾਰੀ 2,000-1,800 2,200 ਨੂੰ ਵਿਕਦੇ ਰਹੇ ਨੇ। 1509 ਜਿਹੜੇ 5,000-5500 ਪਿਛਲੇ ਸਾਲ ਵਿਕੇ ਸਨ, ਇਸ ਵਾਰੀ 3,500 3,000 2,800 ਤੱਕ ਵਿਕਦੇ ਰਹੇ ਨੇ। ਤੇ ਕਣਕ ਦਾ ਤੁਹਾਨੂੰ ਪਤਾ ਹੀ ਹੈ ਵੀ ਉਹ 4,000 ਤੋਂ ਯਕਦਮ ਹੀ ਨਾਲ ਥੱਲੇ ਆ ਪਈ, 2,500-2,700 ਨੂੰ ਵਿਕੀ। ਤੇ ਸਟਾਕ ਐਕਸਚੇਂਜ ਅੱਡੀ ਉੱਤੇ ਚਲੀ ਗਈ ਤੇ ਜ਼ਮੀਂਦਾਰਾਂ ਦਾ ਕਬਾੜਾ ਹੋ ਗਿਆ। ਤੇ ਜ਼ਮੀਂਦਾਰ ਜਿਹੜੇ ਨੇ ਪਰੇਸ਼ਾਨ ਨੇ। ਮਜਾਲ ਹੈ ਖਾਦ ਦਾ ਰੇਟ ਘਟਿਆ ਹੋਵੇ, ਸਪਰੇਅ ਦਾ ਰੇਟ ਘਟਿਆ ਹੋਵੇ, ਜ਼ਰਾਈ ਆਲਾਤ ਦਾ ਰੇਟ ਘਟਿਆ ਹੋਵੇ, ਬਾਕੀ ਤਮਾਮ ਸ਼ੈਵਾਂ ਜਿਹੜੀਆਂ ਨੇ ਉਹ ਸਟਾਕ ਐਕਸਚੇਂਜ ਦੀ ਤਰ੍ਹਾਂ ਉੱਤੇ ਹੀ ਹੈਗੀਆਂ ਨੇ, ਸਿਵਾਏ ਕਿਸਾਨ ਵੀਰ ਭਰਾਵਾਂ ਦੀਆਂ ਫਸਲਾਂ ਦਾ ਰੇਟ ਜ਼ਮੀਨ ਬੋਸ, ਬਾਕੀ ਸ਼ੈਵਾਂ ਜਨਾਬ ਅਸਮਾਨ 'ਤੇ। ਹੁਣ ਤੁਸੀਂ ਅੰਦਾਜ਼ਾ ਲਾਓ, ਅਗਰ ਪਿਛਲੇ ਸਾਲ ਯੂਰੀਆ ਦੀ ਬੋਰੀ ਦਾ ਕੀ ਰੇਟ ਹੈਗਾ ਸੀ, ਇਸ ਵਾਰੀ ਕੀ ਹੈ। ਇਸੇ ਤਰੀਕੇ ਸਪਰੇਆਂ ਦਾ ਰੇਟ ਵੇਖ ਲਓ, ਟਰੈਕਟਰਾਂ ਦਾ ਰੇਟ ਵੇਖ ਲਓ, ਤੇ ਫਸਲਾਂ ਦਾ ਰੇਟ ਜਨਾਬ ਰਿਵਰਸ। ਤੇ ਹੁਣ ਅਵੈਸ ਜਿਹੜਾ ਨਿਸ਼ਾਨੀ ਲਾਉਂਦਾ ਪਿਆ ਵੀ ਕਿੱਥੋਂ ਹੁਣ ਮੈਂ ਵਾਪਸ ਹਟਣਾ ਹੈ। ਤੇ ਇੱਥੋਂ ਹੁਣ ਜਨਾਬ ਉਹਨੇ ਸਿੱਧਾ ਜਾਣਾ ਉਰਲੀ ਸਾਈਡ ਦੀਆਂ ਵੀ 5-7 ਖੇਲਾਂ ਜਿਹੜੀਆਂ ਕਵਰ ਕਰੇਗਾ, ਤੇ ਪਰਲੀ ਸਾਈਡ ਦੀਆਂ ਵੀ। ਤੇ ਟੈਂਕੀ ਜਨਾਬ ਉਹਨੇ ਉੱਥੇ ਹੀ ਰੱਖ ਦਿੱਤੀ, ਉੱਥੇ ਹੀ ਭਰੇਗਾ ਵੀ ਦੂਸਰਾ ਨਾ ਉਹਨੂੰ ਜ਼ਿਆਦਾ ਭੰਦ ਨਾ ਪਵੇ। ਤੇ ਪਿੱਛੋਂ ਜਨਾਬ ਪਾਣੀ ਲੱਗ ਗਿਆ ਹੈ, ਤੇ ਨਾਲ ਪੋਟਾਸ਼ ਜਿਹੜੀ ਹੈ ਉਹ ਗੁਲਦੀ ਪਈ ਹੈ। ਤੇ ਵੈਸੇ ਕਿੰਨਵਾਂ ਸਪਰੇਅ ਆਪਾਂ ਕਰਦੇ ਪਏ ਹਾਂ? ਚੌਥਾ ਸਪਰੇਅ ਹੈ ਦੋਸਤੋ। 4 ਸਪਰੇਅ ਹੋ ਗਏ ਨੇ, ਤੇ ਮਜ਼ੀਦ ਆਪਾਂ ਇਹਨੂੰ ਕੋਈ ਹੋਰ ਵੀ ਕਰਨੇ ਨੇ ਸਪਰੇਅ। ਇਲਮ ਨਹੀਂ ਹੈਗਾ, ਲੇਕਿਨ ਜਿੰਨੀ ਦੇਰ ਆਪਾਂ ਆਲੂ ਪੱਟਾਂਗੇ ਨਹੀਂ, ਤੇਰੇ ਪਿੱਛੇ ਟੈਂਕੀ ਨਹੀਂ ਲੈਣੀ। ਹਾਂ ਠੀਕ ਹੋ ਗਿਆ। ਤੇ ਜਿੰਨੇ ਵੀ ਸਾਡੇ ਤਜਰਬੇਕਾਰ ਵੀਰ ਭਰਾ ਹੈਗੇ ਨੇ ਉਹ ਲਾਜ਼ਮੀ ਜਨਾਬ ਸਾਡੀ ਰਹਿਨੁਮਾਈ ਕਰੋ, ਤਾਂ ਕਿ ਕਿਸਾਨ ਵੀਰ ਭਰਾਵਾਂ ਦੀ ਜਿਹੜੇ ਪਹਿਲੀ ਵਾਰ ਆਲੂ ਲਾਉਂਦੇ ਪਏ ਨੇ, ਦੂਜੀ ਵਾਰ ਲਾਉਂਦੇ ਪਏ ਨੇ, ਉਹਨਾਂ ਦੀ ਫਸਲ ਵਿੱਚ ਉਹਨਾਂ ਦੀ ਪੈਦਾਵਾਰ ਵਿੱਚ ਇਜ਼ਾਫਾ ਹੋਵੇ, ਤੇ ਉਹਨਾਂ ਦੇ ਤਜਰਬੇ ਤੋਂ ਕੋਈ ਸਾਨੂੰ ਵੀ ਫਾਇਦਾ ਹੋਵੇ। ਤੇ ਬਾਕੀ ਜਿਹੜੇ ਤਜਰਬੇ ਅਸੀਂ ਕਰਦੇ ਪਏ ਆਪਾਂ ਤਾਂ ਫਿਰ ਤੁਹਾਨੂੰ ਵਿਖਾਉਂਦੇ ਪਏ ਦੋਸਤੋ। ਜਿਹੜੇ ਨਵੇਂ ਕਾਸ਼ਤਕਾਰ ਹੈਗੇ ਨੇ ਉਹ ਸਾਨੂੰ ਵੀ ਫਾਲੋ ਕਰ ਲਓ, ਤੇ ਤਜਰਬੇਕਾਰਾਂ ਨੂੰ ਵੀ ਫਾਲੋ ਕਰੋ। ਜਿੱਥੋਂ ਕਿਸੇ ਨੂੰ ਫਾਇਦਾ ਆਵੇ ਉਹੋ ਹੀ ਕੰਮ ਕਰੋ। ਤੇ ਹੁਣ ਮੈਨੂੰ ਦਿਓ ਇਜਾਜ਼ਤ, ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਵੱਟੂ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।